सतनाम करता पुरख निरभउ निर्वैर अकाल मूरत अजूनी सैभं गुर प्रसाद। वाहिगुरु साहिब जीओ। सोही महला पंजवा। धर्म है ठाकुर नजर न आवे, गल में पाहना ले लटकावे। भरमे भूला साकत फिरता, नीर गुरु लै खप खप मरता। रहाउ जिस पाहन को ठाकुर कहता, ओह पाहन लै उसको डुबता। गुनहगार लून हरामी, पाहन नाग न पार ग्रामी। गुर मिल नानक ठाकुर जाता, जल थल महियल पूरन विधाता। गुर मिल नानक ठाकुर जाता, जल थल महियल पूरन विधाता। परम सन्मानयोग हाजरा हजूर जहरा जहूर, चवर छत्र ताकत दे मालिक, समुची कायनात दे रहबर वालिए कुल आलम, धन साहिब श्री गुरु ग्रंथ साहिब महाराज जी जी पावन और पवित्र हजूरी के अंदर सत्संगत रूप हो करके अमृत वेले दे दीवाना दी हाजरियां पर रहे गुरु प्यारे गुरु सवारे सत्संगी जनों, गुरु बख्शी फतेह प्रवान करियो कोई रचना वांझी न रवे। रल मिल के आखो जी वाहिगुरु जी का खालसा वाहिगुरु जी की फतेह। गुरु सवारे सत्संगी जनों, आप जी हर रोज हरगोबिंद साहिब सच्चे पातशाह जी के पावन अस्थानां ते अमृत वेले के दीवाना विच धन साहिब श्री गुरु ग्रंथ साहिब महाराज जी जी
ਅੰਮ੍ਰਿਤਮਈ ਬਾਣੀ ਦੇ ਲੜੀਵਾਰ ਸ਼ਬਦ ਦੀ ਵਿਚਾਰ ਸਰਵਣ ਕਰਦੇ ਹੋ। ਜਿਸ ਪਾਵਨ ਸ਼ਬਦ ਦੀ ਵਿਚਾਰ ਅੱਜ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ, ਸੋਹੀ ਮਹੱਲਾ ਪੰਜਵਾਂ। ਰਾਗ ਸੂਹੀ ਦੇ ਅੰਦਰ ਪੰਜਵੇਂ ਗੁਰਦੇਵ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤਾ ਹੋਇਆ ਚਾਰ ਪਦਿਆਂ ਦਾ ਪਾਵਨ ਸ਼ਬਦ ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪੰਨਾ ਨੰਬਰ 739 ਦੇ ਉੱਪਰ ਸ਼ੋਭਾਇਮਾਨ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਸਾਡੇ ਤੇ ਬਖਸ਼ਿਸ਼ ਕਰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਜਿਸ ਸਮੇਂ ਬਿਰਾਜਮਾਨ ਸਨ ਤੇ ਮਹਾਰਾਜ ਰੋਜ਼ ਸਰੋਵਰ ਦੀ ਪ੍ਰਕਰਮਿਆ ਕਰਦੇ ਸਨ। ਰੋਜ਼ ਦੇ ਨਿਯਮ ਅਨੁਸਾਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਰੋਵਰ ਦੀ ਪ੍ਰਕਰਮਿਆ ਕਰਦੇ ਨੇ। ਤੇ ਇੱਕ ਦਿਨ ਪ੍ਰਕਰਮਿਆਂ ਦੇ ਵਿੱਚ ਕੁਝ ਬ੍ਰਾਹਮਣ ਬੈਠੇ ਨੇ, ਪੂਜਾ ਕਰਵਾਉਣ ਵਾਸਤੇ ਪੱਥਰ ਦੀਆਂ ਮੂਰਤੀਆਂ ਉਹਨਾਂ ਦੇ ਕੋਲ ਨੇ। ਸਤਿਗੁਰੂ ਮਹਾਰਾਜ ਜੀ ਪ੍ਰਕਰਮਿਆ ਕਰਦੇ ਆਉਂਦੇ ਨੇ, ਪਰ ਬ੍ਰਾਹਮਣਾਂ ਦੇ ਕੋਲ ਰੁਕੇ ਨਹੀਂ। ਮਾਲਕ ਨਾਲ ਸੁਰਤੀ ਜੋੜੀ ਹੋਈ ਹੈ, ਬਸ ਉਹਦੇ ਹੀ ਚੱਲਦੇ ਚੱਲਦੇ ਮਹਾਰਾਜ ਉਸ ਬ੍ਰਾਹਮਣ ਦੇ ਕੋਲੋਂ ਲੰਘ ਗਏ। ਉਸ ਵੇਲੇ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੇ ਨਾਲ ਬਾਬਾ ਬੁੱਢਾ ਜੀ ਵੀ ਨੇ, ਭਾਈ ਲੰਗਾ ਜੀ ਵੀ, ਭਾਈ ਵਿਧੀ ਚੰਦ ਜੀ, ਇਹ ਵੀ ਗੁਰਸਿੱਖ ਨਾਲ ਸਨ। ਉਦਾਸੀਆਂ ਦੇ ਬ੍ਰਹਮ ਬੂਟੇ ਅਖਾੜੇ ਵਾਲੀ ਜਗ੍ਹਾ ਤੇ ਬ੍ਰਾਹਮਣ ਠਾਕਰਾਂ ਦੀ ਚੌਂਕੀ ਲਾ ਕੇ ਬੈਠਾ ਹੋਇਆ। ਮਹਾਰਾਜ ਲੰਘ ਗਏ ਤੇ ਉਹ ਬ੍ਰਾਹਮਣ ਕਹਿਣ ਲੱਗਾ ਕਿ ਦੇਖੋ, ਅਸੀਂ ਬ੍ਰਾਹਮਣ ਚੌਹਾਂ ਯੁੱਗਾਂ ਤੋਂ ਗੁਰੂ ਅਖਵਾਉਂਦੇ ਹਾਂ, ਅੱਜ ਇਹ ਨਵਾਂ ਗੁਰੂ ਬਣ ਬੈਠਾ ਹੈ, ਜਿਸ ਦੇ ਕਰਕੇ ਸਾਡੀ ਬ੍ਰਾਹਮਣਾਂ ਦੀ ਕੋਈ ਕਦਰ ਨਹੀਂ ਰਹਿ ਗਈ, ਸਾਡੀ ਕੋਈ ਕਦਰ ਨਹੀਂ ਕਰਦਾ। ਸਾਨੂੰ ਤਾਂ ਕੀ ਠਾਕਰਾਂ ਨੂੰ ਵੀ ਮੱਥਾ ਨਹੀਂ ਟੇਕਦੇ, ਤਾਂ ਸਾਡੀ ਤਾਂ ਕਦਰ ਕੀ ਕਰਨੀ। ਉਹ ਬ੍ਰਾਹਮਣ ਏਦਾਂ ਬੋਲਿਆ ਤੇ ਮਹਾਰਾਜ ਸਿਮਰਨ ਦੇ ਰੰਗ ਵਿੱਚ ਰੰਗੇ ਹੋਏ ਪ੍ਰਕਰਮਾ ਕਰਦੇ ਨੇ, ਅੱਗੇ ਲੰਘ ਗਏ। ਪਰ ਉਹਦੀ ਆਵਾਜ਼ ਜਿਹੜੀ ਸੀ ਨਾ ਕਿ ਸਾਡੀ ਤਾਂ ਕੀ ਕਦਰ ਕਰਨੀ ਹੈ, ਤਾਂ ਠਾਕਰਾਂ ਨੂੰ ਵੀ ਮੱਥਾ ਨਹੀਂ ਟੇਕਦੇ।
ਇਹ ਆਵਾਜ਼ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸੁਣ ਗਈ। ਮਹਾਰਾਜ ਅੱਗੇ ਲੰਘ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਵੇਲੇ ਪ੍ਰਕਰਮਾ ਪੂਰੀ ਕਰ ਲਈ, ਫਿਰ ਉਹ ਜਿਹੜਾ ਬ੍ਰਾਹਮਣ ਬੈਠਾ ਸੀ ਉਹਦੇ ਕੋਲ ਮਹਾਰਾਜ ਆ ਗਏ। ਸਤਿਗੁਰੂ ਮਹਾਰਾਜ ਨੂੰ ਵੇਖ ਕਰਕੇ ਉਹ ਬ੍ਰਾਹਮਣ ਕਹਿਣ ਲੱਗਾ ਕਿ ਜਜਮਾਨ, ਤੁਸੀਂ ਸੋਢੀ ਵੰਸ਼ ਦੇ ਸੂਰਜ ਹੋ। ਅਸੀਂ ਬ੍ਰਾਹਮਣ ਹਾਂ। ਚੌਹਾਂ ਯੁੱਗਾਂ ਤੋਂ ਅਸੀਂ ਗੁਰੂ ਕਹਾਉਂਦੇ ਆ ਰਹੇ ਹਾਂ। ਤੁਸੀਂ ਮੇਰਾ ਤਾਂ ਕੀ ਸਤਿਕਾਰ ਕਰਨਾ ਸੀ। ਸਗਾ ਠਾਕਰਾਂ ਨੂੰ ਵੀ ਤੁਸੀਂ ਮੱਥਾ ਨਹੀਂ ਟੇਕਿਆ, ਉਦੋਂ ਹੀ ਕੋਲ ਦੀ ਲੰਘ ਗਏ। ਉਸ ਵੇਲੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖੇ, ਸਾਲ ਗ੍ਰਾਮ ਹਮਾਰਾ ਸੇਵਾ, ਪੂਜਾ ਅਰਚਾ ਬੰਧਨ ਦੇਵਾ। ਤੇ ਫਿਰ ਇਹ ਸ਼ਬਦ ਜਿਹੜਾ ਆਪ ਜੀ ਨੇ ਹੁਣ ਸਰਵਣ ਕੀਤਾ ਹੈ ਨਾ, ਘਰ ਮੈਂ ਠਾਕੁਰ ਨਜ਼ਰ ਨੇ ਆਵੇ, ਇਹ ਉਸ ਬ੍ਰਾਹਮਣ ਨੂੰ ਉਪਦੇਸ਼ ਦੇਣ ਵਾਸਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪਾਵਨ ਸ਼ਬਦ ਪ੍ਰਕਰਮਾਂ ਫਿਰ ਉੱਥੇ ਉਚਾਰਨ ਕੀਤਾ। ਇਹ ਕੇਵਲ ਉਸ ਬ੍ਰਾਹਮਣ ਨੂੰ ਉਪਦੇਸ਼ ਨਹੀਂ, ਗੁਰੂ ਇੱਕ ਪ੍ਰਥਾਏ ਗੱਲ ਕਹੀ ਸਤਿਗੁਰੂ ਮਹਾਰਾਜ ਨੇ, ਪਰ ਉਹ ਸਾਂਝਾ ਹੀ ਉਪਦੇਸ਼ ਬਣ ਜਾਂਦਾ। ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਹ ਵਰਨਾ ਕਉ ਸਾਂਝਾ। ਭਾਵੇਂ ਬ੍ਰਾਹਮਣ ਨੂੰ ਸਮਝਾਇਆ ਹੈ, ਪਰ ਸਾਨੂੰ ਸਾਰਿਆਂ ਨੂੰ ਸਿੱਖਿਆ ਦਿੱਤੀ। ਜੇ ਅਸੀਂ ਉਸ ਬ੍ਰਾਹਮਣ ਵਾਲਾ ਕੰਮ ਕਰਦੇ ਹਾਂ, ਅਸੀਂ ਵੀ ਠਾਕੁਰਾਂ ਦੀ ਪੂਜਾ ਕਰਦੇ ਹਾਂ, ਸਾਨੂੰ ਵੀ ਉਪਦੇਸ਼, ਸਾਨੂੰ ਵੀ ਸਿੱਖਿਆ ਦਿੱਤੀ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਇਹ ਤਾਂ ਠਾਕੁਰ ਬਾਹਰਲੇ ਨੇ, ਇਹ ਤਾਂ ਮੂਰਤੀਆਂ ਬਾਹਰ ਦੀਆਂ ਕਿਸੇ ਕਾਰੀਗਰ ਦੀਆਂ ਘੜ ਕੇ ਬਣਾਈਆਂ ਹੋਈਆਂ। ਇੱਕ ਸੱਚੀ ਮੁੱਚੀ ਦਾ ਹੀ ਮਾਲਕ ਹੈ, ਅਸਲੀ ਮਾਲਕ। ਬ੍ਰਾਹਮਣ ਕਹਿੰਦਾ ਕਿੱਥੇ ਰਹਿੰਦਾ? ਮਹਾਰਾਜ ਕਹਿੰਦੇ ਸਾਰਿਆਂ ਦੇ ਅੰਦਰ ਰਹਿੰਦਾ। ਘਟ ਘਟ ਮੈਂ ਹਰ ਜੂ ਬਸ, ਸੰਤਨ ਕਹਿਓ ਪੁਕਾਰ। ਜਿਹਨੂੰ ਆਪਣੇ ਘਰ ਵਿੱਚ ਮਾਲਕ ਨਜ਼ਰ ਨਾ ਆਵੇ, ਬਾਹਰ ਲੱਭਦਾ ਫਿਰਦਾ ਹੈ। ਬਿਲਕੁਲ ਹਿਰਨ ਵਾਲੀ ਗੱਲ ਹੈ। ਸਤਿਗੁਰੂ ਮਹਾਰਾਜ ਨੇ ਬਾਣੀ ਚ ਦੱਸਿਆ, ਹਿਰਨ ਦੀ ਨਾਭੀ ਚ ਕਸਤੂਰੀ ਹੈ। ਉਸ ਕਸਤੂਰੀ ਦੀ ਹਿਰਨ ਨੂੰ ਆਉਂਦੀ ਹੈ ਸੁਗੰਧੀ। ਉਹ ਸੁਗੰਧੀ ਤਾਂ ਆਉਂਦੀ ਹੈ, ਪਰ ਇਹ ਨਹੀਂ ਪਤਾ ਵੀ ਆਉਂਦੀ ਕਿੱਥੋਂ ਆ। ਹਿਰਨ ਜੰਗਲ ਚ ਭੱਜਦਾ, ਇੱਧਰ ਭੱਜਿਆ ਉਧਰ ਭੱਜਿਆ, ਦੌੜਦਾ ਫਿਰਦਾ ਹੈ ਵੀ ਇਹ ਜਿਹੜੀ ਸੁਗੰਧੀ ਆਉਂਦੀ ਹੈ ਬੜੀ ਵਧੀਆ ਸੁਗੰਧੀ ਹੈ, ਮੈਂ ਇਸ ਸੁਗੰਧੀ ਨੂੰ ਵੇਖਣਾ ਹੈ ਕਿੱਥੋਂ ਆਉਂਦੀ ਹੈ, ਇਸ ਸੁਗੰਧੀ ਨੂੰ ਪ੍ਰਾਪਤ ਕਰਨਾ ਹੈ। ਸੁਗੰਧੀ ਕਸਤੂਰੀ ਦੀ ਹੈ, ਹੁਣ ਹਿਰਨ ਕਸਤੂਰੀ ਲੱਭਦਾ ਹੈ। ਪਰ ਉਹ ਹੈ ਕਿੱਥੇ ਕਸਤੂਰੀ? ਜਦੋਂ ਹਿਰਨ ਭੱਜ ਦੌੜ ਕਰਕੇ ਥੱਕ ਜਾਂਦਾ ਨਾ, ਬੈਠ ਜਾਂਦਾ ਮਿਰਗ ਇੱਕ ਥਾਂ ਤੇ। ਜਦੋਂ ਬੈਠ ਗਿਆ, ਉਹਦੇ ਬੈਠਣ ਦਾ ਤਰੀਕਾ ਐਸਾ ਹੈ ਕਿ ਉਹ ਹਿਰਨ ਇਕੱਠਾ ਹੋ ਕੇ ਬੈਠਦਾ ਹੈ। ਉਹਦਾ ਮੂੰਹ, ਉਹਦੀਆਂ ਨਾਸਿਕਾਂ ਉਹਦੀ ਨਾਭ ਨਾਲ, ਉਹਦੀ ਧੁਨੀ ਨਾਲ ਲੱਗ ਜਾਂਦੀ।
ਜਦੋਂ ਨਾਸਾ ਉਹਦੀਆਂ ਨੱਕ ਮੂੰਹ ਦਾ ਜਦੋਂ ਨਾਭ ਨਾਲ ਲੱਗਿਆ ਨਾ, ਨਾਭੀ ਨਾਲ, ਉੱਥੋਂ ਪਰ ਸੁਗੰਧੀ ਆਵੇ। ਹਿਰਨ ਨੂੰ ਹੁਣ ਪਤਾ ਚੱਲਿਆ ਕਿ ਸੁਗੰਧੀ ਆਉਂਦੀ ਕਿੱਥੋਂ। ਐਵੇਂ ਹੀ ਭੱਜਦਾ ਫਿਰਦਾ ਸੀ ਮਨ, ਟਿਕ ਕੇ ਬੈਠੇ ਥੱਕ ਹਾਰ ਕੇ, ਤੇ ਪਤਾ ਚੱਲਿਆ ਉਹ ਸੁਗੰਧੀ ਤਾਂ ਮੇਰੇ ਅੰਦਰੋਂ ਹੀ ਆਉਂਦੀ ਹੈ। ਪਰ ਉਦੋਂ ਹੀ ਸੁਗੰਧੀ ਪਤਾ ਲੱਗਿਆ ਜਦੋਂ ਟਿਕ ਗਿਆ ਭੱਜ ਦੌੜ ਕਰਕੇ। ਤੇ ਜੇ ਕਿਤੇ ਹਿਰਨ ਟਿਕਦਾ ਹੀ ਨਾ, ਫੇਰ ਉਹ ਵੀ ਨਹੀਂ ਪਤਾ ਲੱਗਣਾ ਸੀ ਵੀ ਇਹ ਕਸਤੂਰੀ ਹੈ ਕਿੱਥੇ। ਜਿਉਂ ਕਸਤੂਰੀ ਮਿਰਗ ਨਾ ਜਾਣਾ, ਭਰਮ ਦਾ ਭਰਮ ਭੁਲਾਇਆ। ਕਸਤੂਰੀ ਨੂੰ ਨਹੀਂ ਜਾਣਦਾ ਮਿਰਗ, ਭਟਕਣਾ ਚ ਭੱਜਿਆ ਫਿਰਦਾ ਹੈ, ਭੁਲੇਖੇ ਚ ਭੱਜਿਆ ਫਿਰਦਾ। ਹਿਰਨ ਥੱਕ ਹਾਰ ਕੇ ਟਿਕ ਗਿਆ, ਪਤਾ ਲੱਗ ਗਿਆ ਸੁਗੰਧੀ ਕਿੱਥੋਂ ਆਉਂਦੀ ਹੈ। ਪਰ ਜਿਹੜਾ ਸਾਰੀ ਦੁਨੀਆ ਨੂੰ ਚਲਾਉਣ ਵਾਲਾ ਰੱਬ ਹੈ, ਬੰਦਾ ਉਹਨੂੰ ਲੱਭਦਾ ਭੱਜਿਆ ਫਿਰਦਾ ਨਾ ਬਈ, ਕਿੱਥੇ ਨਹੀਂ ਜਾਂਦਾ ਬੰਦਾ। ਤੀਰਥਾਂ ਤੇ ਹੀ ਜਾਂਦਾ ਹੈ, ਆਪਣੇ ਹੱਥਾਂ ਨਾਲ ਨਕਲੀ ਭਗਵਾਨ ਬਣਾ ਬਣਾ ਕੇ ਪੂਜਾ ਕਰਦਾ ਵੀ ਕਿਸੇ ਨਾ ਕਿਸੇ ਤਰੀਕੇ ਰੱਬ ਲੱਭ ਜੇ। ਰੱਬ ਨੂੰ ਲੱਭਣ ਦੇ ਤਰੀਕੇ ਬੜੇ ਅਪਣਾਉਂਦਾ ਹੈ, ਪਰ ਜੋ ਕਿਸੇ ਵੀ ਤਰੀਕੇ ਨਾਲ ਰੱਬ ਨਹੀਂ ਲੱਭਦਾ। ਕਿਤੇ ਹਿਰਨ ਵਾਂਗੂ ਥੱਕ ਹਾਰ ਕੇ ਟਿਕ ਕੇ ਬੈਠ ਘਰ ਆਪਣੇ, ਜਿਹਦੇ ਟਿਕ ਕੇ ਬੈਠ ਗਿਆ ਉਹਦੇ ਭਗਵਾਨ ਨਜ਼ਰ ਆਏਗਾ, ਉਹਦੇ ਭਗਵਾਨ ਦੇ ਦਰਸ਼ਨ ਹੋ ਜਾਣੇ ਜਿਹਦੇ ਟਿਕ ਕੇ ਬਹਿ ਗਿਆ। ਹਜੇ ਟਿਕਿਆ ਨਹੀਂ, ਭੱਜਿਆ ਫਿਰਦਾ, ਹਜੇ ਇੱਧਰ ਉੱਧਰ ਭਟਕਦਾ ਹੈ, ਹਜੇ ਤਾਂ ਥਾਂ ਹੀ ਕੋਈ ਨਹੀਂ ਛੱਡਦਾ ਜਾਣ ਵਾਲੀ। ਤੇ ਗੁਰੂ ਅਰਜਨ ਦੇਵ ਮਹਾਰਾਜ ਇਹੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਘਰ ਮਹਿ ਠਾਕੁਰ ਨਦਰ ਨ ਆਵੈ। ਜਿਹੜੇ ਠਾਕੁਰ ਨੂੰ ਪੱਥਰ ਦੀਆਂ ਮੂਰਤੀਆਂ ਦੇ ਵਿੱਚ ਵੇਖਦੇ ਹੋ, ਉਹ ਠਾਕੁਰ, ਉਹ ਮਾਲਕ, ਉਹ ਭਗਵਾਨ ਮਹਾਰਾਜ ਕਹਿੰਦੇ ਹੇ ਬ੍ਰਾਹਮਣ ਜੀ, ਤੇਰੇ ਅੰਦਰ ਵੀ ਬੈਠਾ ਹੋਇਆ ਹੈ, ਪਰ ਅੰਦਰ ਬੈਠਾ ਤੈਨੂੰ ਦਿਸਦਾ ਨਹੀਂ, ਬਾਹਰੋਂ ਭਾਲਦਾ ਫਿਰਦਾ। ਬਾਹਰਲੀਆਂ ਮੂਰਤੀਆਂ ਚ ਭਗਵਾਨ ਵੇਖਦਾ ਹੈ, ਆਪਣੇ ਸਰੀਰ ਰੂਪੀ ਮੂਰਤੀ ਦੇ ਅੰਦਰ, ਹਿਰਦੇ ਦੇ ਅੰਦਰ ਭਗਵਾਨ ਵੇਖੇ ਹੀ ਨਹੀਂ। ਘਰ ਮੈਂ ਠਾਕੁਰ, ਹਿਰਦੇ ਦੇ ਅੰਦਰ ਠਾਕੁਰ ਬੈਠਾ ਹੈ, ਮਾਲਕ ਬੈਠਾ ਹੈ। ਜਿਹੜੀ ਚੀਜ਼ ਆਪਣੇ ਕੋਲ ਹੋਵੇ ਉਹੀ ਚੀਜ਼ ਬਾਹਰੋਂ ਮੰਗਣ ਜਾਈਏ ਫਿਰ ਭਾਵੇਂ ਚੰਗਾ ਲੱਗਦਾ, ਕਿਸੇ ਨੂੰ ਚੰਗਾ ਲੱਗੂ। ਘਰ ਹੁੰਦੇ ਮੰਗਣ ਜਾਈਏ ਫਿਰ ਉਲਾਨਾ ਮਿਲੇ ਸਹੀ, ਪਰ ਉਹ ਠਾਕੁਰ ਆਪਣੇ ਸਰੀਰ ਦੇ ਅੰਦਰ ਬੈਠਾ ਹੋਇਆ ਹੈ। ਇੱਕ ਜੋਤ ਉਸ ਮਾਲਕ ਦੀ ਸਾਡੇ ਸਰੀਰ ਦੇ ਅੰਦਰ ਹੈ, ਪਰ ਅਸੀਂ ਬਾਹਰੋਂ ਲੱਭਦੇ ਹਾਂ ਵੀ ਉਹ ਭਗਵਾਨ ਕਿਤੋਂ ਹੋਰ ਲੱਭ ਜੇ। ਮਹਾਰਾਜ ਕਹਿੰਦੇ ਘਰ ਮਹਿ ਠਾਕੁਰ ਨਦਰ ਨ ਆਵੇ। ਫਿਰ ਕੀ ਕਰਦਾ, ਬਾਹਰੋਂ ਪੱਥਰ ਦਾ ਭਗਵਾਨ ਲੈਂਦਾ, ਜਾਂ ਕਾਗਜ਼ ਦਾ ਪੱਥਰ ਦਾ, ਇਹ ਕਹਿ ਲੋ ਮੂਰਤੀ ਵਾਲਾ ਭਗਵਾਨ, ਰੱਬ ਦੀ ਮੂਰਤੀ। ਤੇ ਉਹਨੂੰ ਕੀ ਕਰਦਾ, ਫਿਰ ਉਹਨੂੰ ਆਪਣੇ ਗਲ ਚ ਪਾ ਲੈਂਦਾ। ਕਈਆਂ ਦੇ ਗਲ ਚ ਪੱਥਰ ਪਾਇਆ ਵੇਖਿਆ ਹੋਣਾ, ਉਹ ਕਹਿੰਦੇ ਭਗਵਾਨ ਹੈ, ਠਾਕੁਰ ਹੈ। ਕਈਆਂ ਦੇ ਗਲ ਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਫੋਟੋ ਪਾਈ ਹੁੰਦੀ ਹੈ ਧਾਗੇ ਤੇ ਪਰੋ ਕੇ, ਛੋਟੀ ਜੀ। ਕਈਆਂ ਦੇ ਗਲ ਚ ਦੇਵੀਆਂ ਦੀ ਫੋਟੋ ਪਾਈ ਹੁੰਦੀ ਹੈ। ਅੰਦਰ ਬੈਠੇ ਰੱਬ ਨੂੰ ਸਮਝਿਆ ਨਹੀਂ, ਬਾਹਰੋਂ ਮੁੱਲ ਖਰੀਦ ਕੇ ਭਗਵਾਨ, ਮੁੱਲ ਖਰੀਦ ਕੇ ਉਹ ਗਲ ਚ ਲਟਕਾਈ ਫਿਰਦੇ। ਇਹ ਗੱਲ ਆਪਾਂ ਕੋਲੋਂ ਨਹੀਂ, ਗੁਰਮੁਖ ਮਹਾਰਾਜ ਕਹਿੰਦੇ ਗਲ ਮਹਿ ਪਾਹਨ ਲੈ ਲਟਕਾਵੇ। ਗਲ ਚ ਲਟਕਾ ਲਿਆ ਲੈ ਕੇ ਬਾਹਰਲਾ ਭਗਵਾਨ, ਮੁੱਲ ਖਰੀਦ ਕੇ। ਜਿਹੜਾ ਅੰਦਰ ਬੈਠਾ ਉਹਨੂੰ ਨਹੀਂ ਵੇਖਿਆ।
अंदर बैठा भगवान नहीं दिसिया। ते मूर्ति वाला भगवान कुछ गुरमुख कर नहीं सकता, वो बंदे दा बनाया है। आखिया बाणी च महाराज जिया ने, कहते पाती तोरै मालनी पाती पाती जियो। मालनी कहते माली दे घर वाली नूं मालन, वो बाग च जांदी है ते बाग दे विचों ना पत्तर तोड़ लैंदी, फुल तोड़ लैंदी। पाती तोरै मालन, पाती भाव पत्तर, फुल्लां वाले बूटियां तो फुल तोड़ लए, कुछ दे सोहने पत्ते तोड़ लए फुल्लां दे नाल पाती। पर उस मालन नूं, माली दे घर वाली नूं ये नहीं पता पाती पाती जियो। उन्हें वो फुल वो पत्तर तोड़े कादे वास्ते? अज असीं ना किते बहुत सोहना फुल्लां दा बूटा लग्या होवे ते असीं उहदे नाल फुल तोड़ लैने, भाई कादे वास्ते तोड़े? अखे इहदे नाल गुरु खुश करना है, ये फुल गुरु दे अगे चढ़ावा चढ़ाउणा है। पर यह नहीं वेखिया कि इहदे विच भी जिंद है, इहदे विच भी परमात्मा बैठा है। फुल लगे च परमात्मा नहीं दिसिया। तो मालन ने कादे वास्ते फुल तोड़े? पत्थर की मूर्ति दे अगे फुल चढ़ाउण वास्ते पत्थर तोड़ लए, फुल तोड़ लए। पर यह नहीं मालन नूं पता कि इन्हां फुल्लां दे अंदर भी भगवान सी जिन्हां नूं मैं तोड़िया है। पाती तोरै मालनी पाती पाती जियो। हरेक पत्र विच जिंद है, हरेक फुल विच जिंद है। ऐसा कोई फुल नहीं, ऐसा कोई पत्ता नहीं है जिहदे विच जिंद ना होवे। जिस पाहन को पाती तोरै। भगत कबीर साहिब जी कहते ने, जिस मूर्ति की खातर, जिस पत्थर की खातर मालन वो फुल तोड़दी है ना, जिस पाहन को पाती तोड़े सो पाहन निर्जियो। भगत कबीर जी कहते फुल्लां च जिंद है, फुल च जान है, उन्होंने तो मार दिता, कोई तो बली दे दी। पर जिस पत्थर की मूर्त नूं भगवान समझिया है, वो पत्थर निर्जीव है। किते लिखिए कि पत्थर दा भगवान बनाया होवे, अज वो छोटा जिहा सी, कल नूं वड्डा हो जाना, परसों होर वड्डा हो जाना। जां वो पत्थर दा बनाया भगवान कितों खुराक लैंदा होवे, कुछ खांदा पींदा होवे? बिल्कुल नहीं, क्योंकि उहदे च जिंद है नहीं, वो निर्जीव आ, उहदे च जिंद नहीं। पर जिहड़ा फुल तोड़िया उहदे विच जिंद है, उहदे च जान है, उहदी कदर नहीं कीती। कदर उहदी करनी चाहिदी सी जिहदे विच जिंद है, जिहदे च जान है। पर असीं उहदी कदर करदे हां जिहदे च जान नहीं, जिहदे च जान है उहदी तां कदर ही नहीं कीती। सतगुरु महाराज बाणी च कहंदे ने, नैर जियो पूज है, जिहदे च जिंद है नहीं उहनूं पूजिया जांदा। सार जियो घट है, अंत काल कऊ भारी। जिहदे च जिंद है उहनूं तां असीं पूजदे नहीं, पर जिहदे च जिंद है नहीं, जिहड़ा निर्जीव है, पत्थर है,
ਉਹਦੀ ਅਸੀਂ ਪੂਜਾ ਕਰਦੇ ਹਾਂ। ਅੰਤ ਕਾਲ ਤੋਂ ਪਾਰੀ, ਭਗਤ ਜੀ ਕਹਿੰਦੇ ਅਖੀਰ ਵੇਲੇ ਇਹ ਭਾਰੀ ਪੈ ਜਾਣਾ ਹੈ। ਹੁਣ ਮਾਲਣ ਨੇ ਫੁੱਲ ਤੋੜ ਲਏ, ਪਰ ਕਿਹਦੇ ਵਾਸਤੇ? ਨਿਰਜੀਓ ਦੀ ਪੂਜਾ ਕਰਨ ਵਾਸਤੇ, ਜਿਹਦੇ ਚ ਜਿੰਦ ਹੈ ਨਹੀਂ। ਜਿਸ ਪਾਹਨ ਕੋ ਪਾਤੀ ਤੋੜੈ ਸੋ ਪਾਹਨ ਨਿਰਜੀਓ, ਜਿਹਦੇ ਵਾਸਤੇ ਫੁੱਲ ਤੋੜੇ ਉਹਦੇ ਚ ਜਿੰਦ ਹੈ ਨਹੀਂ। ਭੂਲੀ ਮਾਲਣੀ ਹੈ ਇਹੋ। ਇਹ ਨਿਰਜਿੰਦ ਮੂਰਤੀ ਦੀ ਸੇਵਾ ਕਰਕੇ ਇਸ ਤਰ੍ਹਾਂ ਇਹ ਮਾਲਣ ਭੁੱਲ ਕਰ ਰਹੀ ਹੈ। ਸਤਿਗੁਰ ਜਾਗਤਾ ਹੈ ਦਿਓ, ਅਸਲੀ ਇਸ਼ਟ ਸਤਿਗੁਰੂ ਹੈ। ਉਹ ਸਦਾ ਹੀ ਜਾਗਦਾ ਹੈ, ਉਹ ਸਦਾ ਹੀ ਦੇਵਤਾ ਹੈ। ਬ੍ਰਹਮ ਪਾਤੀ ਵਿਸ਼ਨ ਡਾਰੀ ਫੂਲ ਸ਼ੰਕਰ ਦਿਓ। ਕਹਿੰਦੇ ਜੇ ਬ੍ਰਹਮਾ ਨੂੰ ਮੰਨਦੇ ਹੋ ਤੇ ਹਰੇਕ ਪੱਤੇ 'ਚ ਹੀ ਬੈਠਾ ਹੈ। ਹਿੰਦੂ ਮੰਨਦਾ ਨਾ ਬ੍ਰਹਮਾ ਨੂੰ, ਵਿਸ਼ਨੂੰ ਨੂੰ, ਸ਼ੰਕਰ ਦੇਵ ਨੂੰ, ਸ਼ੰਕਰ ਦੇਵ ਸ਼ਿਵ ਜੀ ਨੂੰ। ਹਿੰਦੂ ਸ਼ਿਵ ਜੀ ਨੂੰ ਮੰਨਦਾ ਹੈ, ਵਿਸ਼ਨੂੰ ਨੂੰ ਮੰਨਦਾ ਹੈ, ਬ੍ਰਹਮਾ ਨੂੰ ਮੰਨਦਾ ਹੈ। ਤੇ ਭਗਤ ਜੀ ਕਹਿੰਦੇ ਨੇ ਫਿਰ ਜੇ ਬ੍ਰਹਮਾ ਨੂੰ ਮੰਨਦੇ ਹੋ ਹਰੇਕ ਪੱਤੇ ਦੇ ਵਿੱਚ ਬ੍ਰਹਮਾ ਬੈਠਾ ਹੈ। ਵਿਸ਼ਨੂੰ ਨੂੰ ਮੰਨਦੇ ਹੋ ਹਰੇਕ ਡਾਲੀ ਚ ਵਿਸ਼ਨੂੰ ਹੈ, ਹਰੇਕ ਟਾਹਣੀ ਚ। ਸ਼ਿਵ ਜੀ ਨੂੰ ਮੰਨਦੇ ਹੋ ਹਰੇਕ ਫੁੱਲ ਚ ਹੀ ਬੈਠਾ ਹੈ। ਉਸ ਫੁੱਲ ਦੀ ਕਦਰ ਕਰ, ਪੱਤੇ ਦੀ ਕਦਰ ਕਰ, ਟਾਹਣੀ ਦੀ ਕਦਰ ਕਰ, ਉਹਦੇ ਚ ਜਿੰਦ ਹੈ। ਪੱਥਰ ਦੀ ਮੂਰਤੀ ਚ ਜਿੰਦ ਨਹੀਂ ਹੈ। ਕਹਿੰਦੇ ਪ੍ਰਤੀਨ ਦੇਵ ਪ੍ਰਤੱਖ ਤੋਰ ਹੈ ਕਰਹਿ ਕਿਸ ਕੀ ਸਿਓ। ਮਾਲਣ ਹੈ ਭੁੱਲੜ, ਤਿੰਨ ਦੇਵਤੇ ਜਿਨ੍ਹਾਂ ਨੂੰ ਮੰਨਦੀ ਉਹ ਤਾਂ ਪ੍ਰਤੱਖ ਤੋੜ ਦਿੱਤੇ। ਕਿਹਦੀ ਸੇਵਾ ਕਰਦੀ ਹੈ? ਪਾਖਾਨ ਗੱਡ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਓ। ਜਿਹੜੀ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ, ਉਸ ਮੂਰਤੀ ਨੂੰ ਜਦੋਂ ਕਿਸੇ ਨੇ ਬਣਾਇਆ, ਘੜਿਆ, ਕਿਵੇਂ ਬਣਾਇਆ ਜਾਂਦਾ ਹੈ? ਪਾਖਾਨ ਗੱਡ ਕੇ ਮੂਰਤ ਕੀਨੀ, ਪੱਥਰ ਨੂੰ ਗੱਡ ਕੇ ਫਿਰ ਉਹਨੂੰ ਘੜਿਆ ਨਾ। ਪੱਥਰ ਘਾੜੇ ਨੇ ਕਾਰੀਗਰ ਨੇ, ਪੱਥਰ ਘੜ ਕੇ, ਤੇ ਘੜਨ ਵਾਲੇ ਨੇ ਕੀ ਕਰਿਆ? ਦੇ ਕੇ ਛਾਤੀ ਪਾਓ। ਮੂਰਤੀ ਨੂੰ ਘੜਿਆ ਹੈ, ਮੂਰਤੀ ਦੇ ਉੱਤੇ ਵੀ ਚੜਿਆ ਹੈ, ਪੈਰ ਵੀ ਰੱਖਿਆ ਮੂਰਤੀ ਤੇ ਘੜਨ ਵਾਲੇ ਨੇ। ਪਾਸੇ ਪਾਸੇ ਬਹਿ ਕੇ ਥੋੜੀ ਮੂਰਤੀ ਬਣਦੀ ਹੈ। ਉਹ ਮੂਰਤੀ ਦੇ ਉੱਤੇ ਚੜ ਕੇ ਬਹਿ ਕੇ ਮੂਰਤੀ ਨੂੰ ਘੜਦਾ ਰਿਹਾ, ਫਿਰ ਉਹ ਪੱਥਰ ਚੋਂ ਮੂਰਤੀ ਬਣੀ ਹੈ। ਪਾਖਾਨ ਗੱਡ ਕੇ, ਹੈ ਪੱਥਰ ਹੀ ਸੀ। ਪਾਖਾਨ ਗੱਡ ਕੇ ਮੂਰਤ ਕੀਨੀ, ਗੱਡ ਕੇ ਭਾਵ ਘੜ ਕੇ, ਪੱਥਰ ਨੂੰ ਘੜ ਕੇ ਮੂਰਤ ਬਣਾਈ ਜਾਂਦੀ ਹੈ ਨਾ। ਦੇ ਕੇ ਛਾਤੀ ਪਾਓ, ਪਰ ਘੜਨ ਵਾਲੇ ਨੇ ਛਾਤੀ ਤੇ ਪੈਰ ਵੀ ਰੱਖਿਆ ਹੈ। ਇਹ ਜੇ ਇਹ ਮੂਰਤ ਸੱਚੀ ਹੈ, ਭਗਤ ਕਬੀਰ ਜੀ ਕਹਿੰਦੇ ਜੇ ਇਹ ਮੂਰਤ ਸੱਚੀ ਹੁੰਦੀ ਨਾ, ਕਿਤੇ ਭਗਵਾਨ ਹੁੰਦੀ ਤਾਂ ਗੜਨ ਹਾਰੇ ਖਾਓ। ਜਿਹਨੇ ਛਾਤੀ ਤੇ ਪੈਰ ਰੱਖਿਆ, ਜਿਹਨੇ ਉੱਤੇ ਹਥੌੜੀ ਮਾਰੀ, ਜਿਹਨੇ ਉੱਤੇ ਛੈਣੀ ਮਾਰੀ, ਜੇ ਇਹ ਮੂਰਤ ਸੱਚੀ ਹੁੰਦੀ, ਸੱਚ ਕਹਿੰਦਾ ਭਗਤ ਕਬੀਰ ਸਾਹਿਬ ਜੀ ਕਿ ਇਸ ਮੂਰਤ ਵਾਲੇ ਭਗਵਾਨ ਨੇ ਖਾ ਜਾਣਾ ਸੀ ਘੜਨ ਵਾਲੇ ਨੂੰ। ਜੇ ਸ਼ਬਦ ਲਿਖਿਆ ਕਿਉਂ? ਸੱਚੀ ਤਾਂ ਹੈ ਹੀ ਨਹੀਂ। ਜੇ ਇਹ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ, ਖਾ ਜਾਣਾ ਸੀ। ਪਾਤ ਪਹਿਤ ਅਰਨਾਤ ਸੀ ਕਰ ਕਰਾ ਕਸਾਰ ਕੋ ਗਨਹਾਰਕ ਹੋ ਗਿਆ ਇਸ ਮੂਰਤ ਕੇ ਮੁਖ ਸਾਰ। ਮਾਲਣ ਭੂਲੀ ਜਗ ਭੁਲਾਨਾ, ਹਮ ਭੁਲਾਨੇ ਨਾਏ। ਕਹੋ ਕਬੀਰ ਹਮ ਰਾਮ ਰਾਖੇ, ਕਿਰਪਾ ਕਰ ਹਰ ਰਾਏ। ਭਗਤ ਕਬੀਰ ਜੀ ਕਹਿੰਦੇ ਅਸੀਂ ਮੂਰਤੀਆਂ ਦੀ ਪੂਜਾ ਨਹੀਂ ਕਰਦੇ। ਕਿਉਂ? ਕਹਿੰਦੇ ਸਾਨੂੰ ਭਗਵਾਨ ਨੇ ਕਿਰਪਾ ਕਰਕੇ ਇਹਨਾਂ ਦੀ ਪੂਜਾ ਤੋਂ ਪਾਸੇ ਹੀ ਰੱਖੇ ਹੈ। ਅੰਦਰ ਬੈਠੇ ਰੱਬ ਦੀ ਪੂਜਾ ਕਰਦੇ ਆ। ਹਜੇ ਪੱਥਰ ਦੀ ਮੂਰਤ ਪੂਜਣੀ ਹੈ, ਫਿਰ ਸਾਰੇ ਪੱਥਰਾਂ ਦਾ ਸਤਿਕਾਰ ਕਰੋ, ਸਾਰਿਆਂ ਨੂੰ ਪੂਜੋ। ਬੰਦੇ ਦੀ ਆਪਣੀ ਮਰਜ਼ੀ ਹੈ।
अपने अपने हिसाब नाल करदा है। कहंदे एक है पाथर कीजे भाओ, एक पत्थर तो डरदा है, उहदे नाल प्रेम करदा है, उहदा भय मनदा है, उहदे नाल प्रेम है, भय मनदा उहदा, उहदे अगे झुक झुक नमस्कारां करदा है, उहनूं देवता मनदा, उहनूं भगवान मनदा है। पत्थर एक है पाथर कीजे भाओ, भाओ अर्थ प्यार प्रेम, एक नाल बड़ा प्यार है। दूजा दूजा पाथर धरिए पाओ, जिस फर्श ते तुरदा है वो भी एक पत्थर है, उहदे ते पैर रख रख तुरदा है। भगत जी कहंदे ने जे ओ देव जिहनूं नमस्कारां करदा है वो भी पत्थर है, जे वो देवता है तां वो भी देवा, पर जिहदे ते पैर रखदा है वो भी फिर देवता है। जे मनदा ही है ते इहनूं भी मनना। पर भगत नामदेव जी कहते कह नाम दियो हम हर की सेवा। कहते असी नहीं पत्थर दे भगवान की पूजा करते, असी तो हरि की सेवा करते हैं, जिहड़ा रमिया होया राम, जिहड़ा कण कण विच रहिंदा है, हर थां ते रहिंदा है। गुरु अर्जन देव महाराज ने आख्या ना, जो पाथर कहो कहते देव, जिहड़े पत्थर नूं देवता कहंदे ने, भगवान कहंदे ने, तां की बिरथा होवे सेवा, उन्हां दी कीती सेवा जिहड़ी है वो व्यर्थ जांदी है। जो पाथर की पाई पाए, जो मनुख हो के पत्थर दी मूर्ति दे पैरी पैंदे ने, तिस की घाल अजाई जाए, उन्हां दी ये पूजा करन वाली मेहनत अजाई चली जांदी है। क्योंकि ठाकुर हमारा सद बोलंता, साडा मालक तो सदा ही बोलदा है। सर्ब जियां को प्रभुदान देता, वो तो सारिया जियां नूं दातां देण वाला है, सारिया नूं। अंतर देव ना जाना अंध, अज्ञानी बंदा अंदरले परमात्मा नूं उस देवते नूं नहीं समझदा, उहनूं नहीं पछाणदा। भ्रम का मोहिया पावे फंद, भरम दा मारिया होया होर जाल विछाउंदा है। ना पाथर बोले ना किछ दे। गुरु अर्जन देव महाराज कहंदे ना तां पत्थर बोलदा हुंदा ते ना तैनूं कुछ ये दे सकदा है। ना पाथर बोले ना किछ दे, फोकट कर्म नह फल है सेव। फोकट कर्म, फोकट कहते थोथर, जिहदे चों कुछ तत्त ना निकले, कुछ प्राप्ति ना होवे। इस करके परमात्मा की पूजा करनी चाहिए है। साल ग्राम हमारा सेवा, पूजा अर्चा बंधन देवा। गुरु अर्जन देव महाराज कहते साडा तां सालग्राम, साडा तां पत्थर दा भगवान जिहड़ा तुसीं कहंदे हो ना, साडा भगवान तां हरि दा सिमरन है, ओही भगवान है हरि। सालग्राम दी पूजा हरि दा सिमरन करना, पूजा अर्चा बंधन देवा। हर नाम सिमरनी साडे वास्ते सालग्राम दी पूजा है। सुगंधी भेंट ते नमस्कार केवल सिमरना सी, उस अकाल पुरख वाहिगुरु जी का सिमरन करते हैं। ते बंदा बहुत बना बना के पूजी जाता। गुरु गोबिंद सिंह महाराज सच्चे पातशाह जी ने किरपा की है साडे ते। कलगीधर पातशाह महाराज, कलगीधर पातशाह महाराज कहते बुतां दी पूजा करन वाला तां पशु है, पशु नूं समझ नहीं है। महाराज कहते आपां सवैया पढ़िया होनी कुछ समा पहला, काहू लै पाहन पूज धरियो सिर, काहू लै लिंग गरे लटकायो, काहू लखियो हर अवाची दिशा में, काहू पुछाकु शीस निवायो, को बुतान को पूजत है पशु। महाराज कहते कोई पत्थर दे बुत नूं पूजदा है मूर्ख, वाहिगुरु पशु।
पत्थर दी मूर्ति नूं मत्था टेकण वाला पशु है। कलगीधर पातशाह महाराज दियां नजरां च को बुतान को पूजत है पस को मेरे तान को पूजन तायो। अज दे पावन शब्द विच सतगुरु पातशाह महाराज साडे ते बख्शिश करदे ने कि एक भगवान दी रब दी पूजा करनी है। ओ रब जिहड़ा साडे अंदर बैठा है। असीं अकाल दे पुजारी हैं, असीं उस परमात्मा दे पुजारी हैं जिहड़ा परमात्मा हरेक थां रमिया होया है। घर मह ठाकुर नजर न आवे, गल मह पाहन लै लटकावा। अंदर बैठा रब नजर नहीं आउंदा। बंदा बाहरों भगवान खरीद खरीद के, फोटोआं खरीद के, पत्थर खरीद के तागे च परो के गल च पवाई फिरदा है। गल मह पाहन लै लटकावे, भर में भूला साकत फिरता। कहंदे साकत बंदा कहंदे जिहड़ा भगवान नालों, सच नालों, रब नालों टुटिया होया है। रब नालों टुटिया बंदा भुलेखे च पै गया, भरम च पै गया। ये भरम ही है, एक गल च तागे च पा के फोटो टंग ले। भरमे भूला साकत फिरता, इहदे चों निकलना कुछ नहीं। पानी च मधानी पालीए की निकलदा, कुछ नहीं निकलदा। कहंदे नीर बरोला है, बंदा पानी रड़कदा फिरदा है। खप खप मरता, खप खप खपदा फिरदा है। खपना अर्थ हुंदा भी जिहदे च कोई तत्त, कोई प्राप्ति ना होवे, व्यर्थ मेहनत। ये जिहड़ी मेहनत करदा फिरदा है ना, इहदी मेहनत व्यर्थ ही है, किसी अर्थ नहीं। नीर बरोला है, खप खप मरता। ये पानी रड़कदा है, व्यर्थ मेहनत करके आत्मक मौत सहेड़दा है। जिस पाहन को ठाकुर कहता, इस साकत मनुख जिस पत्थर दी मूर्ति नूं परमात्मा आखदा है, परमात्मा समझदा रहिंदा है, ओ पाहन ले इसको डुबता। किते पत्थर नूं लेके, उसे भगवान नूं लेके पानी च ना वड़ जे, क्योंकि उस भगवान ने आप तां डुबना, नकली ने इहनूं भी डोब देना। पत्थर दी मूर्ति किते तार दी नहीं हुंदी। ओह पाहन, वो पत्थर दा भगवान है जिहड़ा लै इस उसको डुबता, डुब जाना उन्हें लेके। गुनहगार लूण हरामी, ये तां पापी बंदा, गुनाहगार, अकिरत कहना है। लूण हरामी किहनूं कहंदे? जिहड़ा रब तो लै लै खांदा होवे ते पत्थर दे भगवान पूजदा होवे, ओनूं ही पूजो जिहदा लैके खादा। लूण हरामी ना बणीए, रब दा खा के दूजे नूं ना चेते करिए, दूजे नूं ना सिमरिए। जिहदा खादा उसे नूं चेते करिए। परमात्मा ने शरीर दिता है, परमात्मा ने जिंद दिती है, परमात्मा ने सानू हरेक दात दिती है कि अज दे रहे है, ते लूण हरामी नहीं बनना। जिस परमात्मा दे घर तो खाइए, उसे परमात्मा दे गुण गाइए। गुनहगार लूण हरामी, पाहन नाव ना पार ग्रामी। किते पत्थर दी बेड़ी च बह के नदी चो पार नहीं होया जांदा, ते पत्थर दे भगवान नूं पूज के किते भवजड़ तो पार नहीं लंघिया जांदा। गौर मिल नानक ठाकुर जाता। सतगुरु पातशाह महाराज कहंदे गुरु दी संगत करके असली मालिक नूं, असली ठाकुर नूं पछाणिया जांदा है। जे गुरु दी संगत ही ना कीती, फिर तां पत्थर दे भगवानां नूं ही भगवान समझांगे। जिद्दे गुरु दी संगत होगी, उहदे असली ओरिजिनल भगवान है जिहड़ा, उहदी पछाण आउणी है। गुरमिल नानक ठाकुर जाता, जाणिया जाएगा असली मालिक गुरु दी संगत करके, गुरु नूं मिल के, बाणी पढ़ के। जल थल महियल पूर्ण विधाता, फिर समझ आएगी कि वो पत्थर दी मूर्ति विच नहीं, वो पानी च भी रहिंदा है, वो धरती ते रहिंदा है, वो आकाश विच रहिंदा है। पूर्ण भाव विधाता, भाव फल वरदाता, वो सारियां नूं दातां देण वाला सारियां थावां ते मौजूद है। इस गल की समझ कदों आनी है? जो गुरु की संगत की। गौरमिल नानक ठाकुर जाता। इस करके सतसंगी जनों गुरु नूं मिल के समझ लईए, गुरु तो ज्ञान लईए, सोहनी सिक्ख्या लईए,
ਜੀਵਨ ਜਿਉਣ ਦਾ ਤਰੀਕਾ ਗੁਰੂ ਕੋਲੋਂ ਸਿੱਖੀਏ, ਫਿਰ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਣਗੇ। ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਨਾਲ ਗੁਰਮਤਿ ਵਿਚਾਰਾਂ ਕਰਦਿਆਂ ਦਾਸ ਤੋਂ ਇੱਕ ਨਹੀਂ ਅਨੇਕਾਂ ਭੁੱਲਾਂ ਹੋਈਆਂ ਹੋਣੀਆਂ। ਗੁਰੂ ਤੇ ਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ। ਭੁੱਲਾਂ ਚੁੱਕਾਂ ਦੀ ਖਿਮਾ ਸਲੋਕ ਪਵਨ ਗੁਰੂ ਕਹਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਗਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ।